भारत सरकार पंजाब और हरियाणा के किसानों को भी बिहार के किसान के इतना गरीब बना देना चाहती है। से पहले जो खूबसूरती है वो यहाँ का भाईचारा है, कोई भेदभाव नहीं है, ऊंच नीच नहीं है। अच्छे पैसे वाले भी यहाँ पर झाड़ू लगा रहे हैं। सबसे बड़े गद्दार और एंटी नेशनल तो वो हैं कि ये सरकार जो है लोकतंत्र की हत्यारी सरकार है। अब ऐसा लगता है कि लोकतंत्र देश में बचा ही नहीं कहीं करके देश के हर वर्ग को शिकार बनाया जाएगा। बिहार की हालत तो बहुत खराब है क्योंकि 2006 से एपीएमसी एक्ट वहां से कानून जो है हट गया, बंदी व्यवस्था हट गई और यही कानून वहां पर है। ਉਹਨਾਂ ਦਾ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਹੜੀ ਮੈਂ ਕਹਾਂਗਾ ਸਰਕਾਰ ਅੱਖਾਂ ਤੋਂ ਨਹੀਂ ਤੇ ਕੰਨਾਂ ਤੋਂ ਬੋਲੀ ਹੋ ਚੁੱਕੀ ਹੈ, ਉਹਨੂੰ ਦਿਖਾਈ ਨਹੀਂ ਦੇ ਰਿਹਾ ਨਾ ਦਰਦ। ਉਹਨੇ ਤੇ ਮੈਂ ਕਹਿੰਦਾ ਔਰੰਗਜ਼ੇਬ ਨੂੰ ਵੀ ਮਾਤ ਦਿੱਤੀ ਅੱਜ ਦੇ ਕਿ ਸਾਡੇ ਦੇਸ਼ ਵਾਸੀਆਂ ਕੋਲ ਹੁਣ ਕੇਵਲ ਖੂਨ ਬਚਿਆ। ਸਾਡਾ ਖੂਨ ਲੈ ਲਓ ਪਰ ਇਹ ਕਾਨੇ ਕਲੂ ਵਾਪਸ ਲੈ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨੀ ਸੰਘਰਸ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲ ਰਹੇ ਨੇ। ਕਿਤੇ ਸੇਵਾਵਾਂ ਚੱਲ ਰਹੀਆਂ ਨੇ, ਕਿਤੇ ਖੂਨਦਾਨ ਦੇ ਕੈਂਪ ਲੱਗੇ ਹੋਏ ਨੇ। ਇਹ ਇਸ ਅੰਦੋਲਨ ਦੀ ਖੂਬਸੂਰਤੀ ਹੈ ਜੋ ਕਿਸੇ ਵੀ ਅੰਦੋਲਨ ਦੇ ਵਿੱਚ ਨਹੀਂ ਹੋਇਆ, ਉਹ ਇਸ ਅੰਦੋਲਨ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਲੋਕ ਵਿਰੋਧ ਕਰ ਰਹੇ ਨੇ ਸਰਕਾਰ ਦਾ, ਉੱਥੇ ਆਪਣਾ ਖੂਨਦਾਨ ਕਰਕੇ ਲੋਕਾਂ ਦੀ ਜਾਨ ਬਚਾਉਣ ਦੇ ਵਾਸਤੇ ਵੀ ਆਪਣਾ ਯੋਗਦਾਨ ਪਾ ਰਹੇ ਨੇ। ਅੱਜ ਇੱਥੇ ਇੱਕ ਕੈਂਪ ਲੱਗਾ ਹੋਇਆ ਹੈ ਭਾਈ ਕਨ੍ਹਈਆ ਜੀ ਸੇਵਾ ਸੁਸਾਇਟੀ ਵੱਲੋਂ ਕਿਸਾਨਾਂ ਦੇ ਨਾਲ ਮਨੁੱਖਤਾ ਦੀ ਭਲਾਈ ਲਈ ਸ਼ਾਂਤਮਈ ਰੋਸ ਧਰਨਾ, ਖੇਤੀ ਕਾਨੂੰਨ ਰੱਦ ਕਰੋ। ਔਰ ਲੋਕਾਂ ਨੇ ਆਪਣੇ ਖੂਨ ਦੇ ਨਾਲ ਜਿਹੜਾ ਹੈਗਾ ਉਹ ਲਿਖਿਆ ਵੀ ਰਿਜੈਕਟ ਬਲੈਕ ਲਾਜ਼। ਆਪ ਜੀ ਦੇਖ ਸਕਦੇ ਹੋ ਕਿ ਆਪਣੇ ਖੂਨ ਦੇ ਨਾਲ ਲੋਕਾਂ ਨੇ ਲਿਖ ਕੇ ਲਾਇਆ ਕਿ ਅਸੀਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ। ਔਰ ਅਸੀਂ ਚਲੋ ਅੰਦਰ ਦੇਖਦੇ ਹਾਂ ਕਿ ਕਿੰਨੇ ਕੁ ਲੋਕ ਨੇ ਜਿਹੜੇ ਖੂਨਦਾਨ ਕਰ ਰਹੇ ਨੇ। ਆ ਦੇਖੋ ਜੀ ਸੰਗਤਾਂ ਖੂਨਦਾਨ ਕਰ ਰਹੀਆਂ ਨੇ। ਨੌਜਵਾਨਾਂ ਵੱਲੋਂ ਖੂਨਦਾਨ ਕੀਤਾ ਜਾ ਰਿਹਾ। ਇਹ ਸੰਘਰਸ਼ ਦੀ ਖੂਬਸੂਰਤੀ ਹੈ। ਜਿੱਥੇ ਆਮ ਤੌਰ 'ਤੇ ਸੰਘਰਸ਼ ਸਰਕਾਰਾਂ ਦੇ ਜ਼ੁਲਮ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਸੰਘਰਸ਼ਾਂ ਦੇ ਵਿੱਚ ਭੁੱਖਮਰੀ ਪੈ ਜਾਂਦੀ ਹੈ, ਪਰ ਇਹ ਸੰਘਰਸ਼ ਇੱਕ ਐਸਾ ਵੱਖਰਾ ਸੰਘਰਸ਼ ਹੋ ਕੇ ਨਿਬੜਿਆ ਕਿ ਜਿੱਥੇ ਖਾਣੇ ਪੀਣੇ ਦੇ ਬਦਾਮਾਂ ਦੇ ਲੰਗਰ ਲੱਗੇ ਨੇ, ਸਾਰਾ ਕੁਛ ਲੱਗਾ ਉੱਥੇ ਖੂਨਦਾਨ ਕੈਂਪ ਲੱਗੇ ਹੋਏ ਨੇ। ਸਰਕਾਰਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਅੱਤਵਾਦੀ ਨੇ, ਪਰ ਇਹ ਤਾਂ ਮਨੁੱਖਤਾ ਦੀ ਸੇਵਾ ਦੇ ਲਈ ਆਪਣਾ ਖੂਨ ਵੀ ਦਾਨ ਕਰ ਰਹੇ ਨੇ। ਆਪ ਜੀ ਦੇਖ ਸਕਦੇ ਹੋ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਦੇ ਜਿਹੜਾ ਹੈ ਖੂਨਦਾਨ ਕੀਤਾ ਜਾ ਰਿਹਾ। ਆਪ ਜੀ ਦੇਖ ਸਕਦੇ ਹੋ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਈ ਸਾਹਿਬ ਜੀ ਬੈਠੇ ਨੇ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਅੰਦੋਲਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਇੱਕ ਨਵੇਕਲੀ ਚੀਜ਼ ਹੈਗੀ ਹੈ ਕਿ ਖੂਨਦਾਨ ਕੈਂਪ ਲਾਇਆ ਹੋਇਆ। ਕੀ ਸੋਚ ਕੇ ਲਾਇਆ? ਦੇਖੋ ਜੋ ਸਾਡੇ ਕਿਸਾਨ ਭਰਾ ਨੇ, ਜੋ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਨੇ, ਤੇ ਜਿਸ ਤਰ੍ਹਾਂ ਅਸੀਂ ਆਪਣੀ ਰੀੜ੍ਹ ਦੀ ਹੱਡੀ 'ਤੇ ਖੜ੍ਹੇ ਹਾਂ, ਜੇ ਸਾਡੀ ਰੀੜ੍ਹ ਦੀ ਹੱਡੀ ਦੇ ਮਣਕੇ ਹਿਲ ਜਾਣ ਤਾਂ ਅਸੀਂ ਤੁਰਨ ਫਿਰ 'ਤੇ ਲਾਚਾਰ ਹੋ ਜਾਵਾਂਗੇ। ਅਤੇ ਜੇ ਦੇਸ਼ ਦੇ ਕਿਸਾਨ ਮਰ ਗਿਆ ਤਾਂ ਮੈਂ ਸਮਝਦਾ ਕਿ ਸਾਰਾ ਦੇਸ਼ ਮਰ ਗਿਆ, ਕਿਉਂਕਿ ਇਹ ਕਿਸਾਨ ਦਾ ਅੰਦੋਲਨ ਨਹੀਂ ਹੈ, ਇਹ ਦੇਸ਼ ਦੇ ਹਰੇਕ ਨਾਗਰਿਕ ਦਾ ਇਹ ਅੰਦੋਲਨ ਹੈ। ਇਹ ਜਿਹੜਾ ਮੋਦੀ ਸਾਹਿਬ 3 ਕਾਲੇ ਕਾਨੂੰਨ ਲੈ ਕੇ ਆਏ ਨੇ, ਇਹ 3 ਕਾਲੇ ਕਾਨੂੰਨ ਦੇਸ਼ ਮਾਰੂ ਕਾਨੂੰਨ ਨੇ। ਔਰ ਇਸ ਕਰਕੇ ਇੱਥੇ ਪਿਛਲੇ 3 ਮਹੀਨਿਆਂ ਤੋਂ ਜਿਹੜੇ ਸਾਡੇ ਕਿਸਾਨ ਭਰਾ ਮਜ਼ਦੂਰ ਤੇ 3 ਮਹੀਨੇ ਤੋਂ ਸੜਕਾਂ 'ਤੇ ਬੈਠੇ ਆ। ਔਰ ਅੱਜ ਲਗਭਗ 1 ਮਹੀਨਾ ਹੋ ਗਿਆ ਪੂਰਾ, ਅਤੇ ਕੜਾਕੇ ਦੀ ਠੰਡ ਦੇ ਵਿੱਚ ਛੋਟੇ ਛੋਟੇ ਬੱਚੇ, ਮਾਵਾਂ, ਭੈਣਾਂ, ਬਜ਼ੁਰਗ ਇੱਥੇ ਬੈਠੇ ਨੇ। ਅਤੇ ਉਹਨਾਂ ਦਾ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਹੜੀ ਮੈਂ ਕਹਾਂਗਾ ਸਰਕਾਰ ਅੱਖਾਂ ਤੋਂ ਨਹੀਂ ਤੇ ਕੰਨਾਂ ਤੋਂ ਬੋਲੀ ਹੋ ਚੁੱਕੀ ਹੈ, ਉਹਨੂੰ ਦਿਖਾਈ ਨਹੀਂ ਦੇ ਰਿਹਾ ਨਾ ਦਰਦ। ਸਰਕਾਰਾਂ ਵੱਲੋਂ ਕਿਸੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਸ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਅੱਤਵਾਦੀ ਨੇ, ਖਾਲਿਸਤਾਨੀ ਨੇ, ਇਹ ਪੀਜ਼ੇ ਖਾਂਦੇ ਨੇ, 버ਗਰ ਖਾਂਦੇ ਨੇ, ਇਹ ਵੱਡੀਆਂ ਲਗਜ਼ਰੀ ਗੱਡੀਆਂ 'ਚ ਘੁੰਮਦੇ ਨੇ, ਇੰਗਲਿਸ਼ ਨਹੀਂ ਬੋਲ ਸਕਦੇ, ਇਹ ਜੀਨਸ ਦੀਆਂ ਪੈਂਟਾਂ ਨਹੀਂ ਕਿਸਾਨ ਪਾ ਸਕਦਾ। ਪਰ ਇੱਥੇ ਵੱਖਰੇ ਰੰਗ ਨਜ਼ਰ ਆਉਂਦੇ ਨੇ। ਲੋਕਾਂ ਨੇ ਅੱਤਵਾਦੀ ਕਿਹਾ, ਇਹਨਾਂ ਨੇ ਖੂਨ ਦੇ ਲੰਗਰ ਲਾ ਦਿੱਤੇ। ਔਰ ਆਪ ਜੀ ਇਸ ਨੂੰ ਆਰਗੇਨਾਈਜ਼ ਕਰ ਰਹੇ ਹੋ, ਕਿਵੇਂ ਦੇਖਦੇ ਹੋ ਸਰਕਾਰਾਂ ਦੀ ਸਾਜ਼ਿਸ਼ ਨੂੰ?
ਬਿਲਕੁਲ ਸਰਕਾਰਾਂ ਜਿਹੜੀਆਂ ਹੁੰਦੀਆਂ ਸਰਕਾਰ ਜਦ ਦੀ ਮੈਂ ਕਹਾਂਗਾ ਇਹ ਮੋਦੀ ਸਰਕਾਰ ਆਈ ਹੈ, ਅਸੀਂ ਸਾਰੇ ਦੇਸ਼ ਨੇ ਇਹਨੂੰ ਇਹ 'ਤੇ ਵਿਸ਼ਵਾਸ ਕਰਕੇ ਇਹਨੂੰ ਚੁਣਿਆ ਸੀ ਕਿ ਦੇਸ਼ ਦਾ ਚੰਗਾ ਰਾਜਾ ਆਏਗਾ ਅਤੇ ਚੰਗਾ ਰਾਜ ਆਏਗਾ, ਪ੍ਰਜਾ ਨੂੰ ਸੁੱਖ ਦੇਵੇਗਾ। ਉਹਦਾ ਮੁੱਢਲਾ ਫਰਜ਼ ਇਹ ਸੀ ਕਿ ਪ੍ਰਜਾ ਨੂੰ ਜਿਨ੍ਹਾਂ ਨੇ ਵੋਟਾਂ ਰਾਹੀਂ ਚੁਣਿਆ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨਾ, ਅਤੇ ਉਹਨੇ ਤੇ ਹੁਣ ਤੱਕ ਆ ਕੇ ਤਾਨਾਸ਼ਾਹੀ ਰਵੱਈਆ ਅਪਣਾਇਆ ਹੈ ਜਦੋਂ ਦਾ ਆਇਆ। ਉਹਨੇ ਤੇ ਮੈਂ ਕਹਿੰਦਾ ਔਰੰਗਜ਼ੇਬ ਨੂੰ ਵੀ ਮਾਤ ਦੇਤੀ, ਅੱਜ ਦੇ ਗੋਰਿਆਂ ਨੂੰ ਵੀ ਮਾਤ ਦੇਤੀ, ਅੱਜ ਦੇ ਕਾਲੇ ਅੰਗਰੇਜ਼ਾਂ ਦੀ ਉਹਨਾਂ 'ਚ ਰੂਹ ਆ ਚੁੱਕੀ ਹੈ ਜਿਨ੍ਹਾਂ ਨੇ ਆ ਕੇ ਹੁਣ ਤੱਕ ਜ਼ਬਰ ਤੇ ਜ਼ੁਲਮ ਹੀ ਢਾ ਰਹੇ ਹੈ। ਪਹਿਲਾਂ ਨੇ ਨੋਟਬੰਦੀ ਰਾਹੀਂ ਅਤੇ GST ਰਾਹੀਂ ਗਰੀਬਾਂ ਦਾ ਵਪਾਰੀਆਂ ਦਾ ਖੂਨ ਚੂਸਿਆ है ना, तो हम ठीक है बस दबा लिया तानाशाही रवैये से। फिर ये CAA लेके आए, 370 लेके आए, वो भी इन्होंने धक्के से कानून लागू करके दबा लिया। अब इसने खुदा से पंगा ले लिया, अन्नदाता से पंगा ले लिया, देश के अन्नदाता है ना। तो आता और खुदा का वैर होता है, तो खुदा ने अपना रूप दिखाना था, वो आप देख रहे हैं। अब यहाँ पे कोई जात नहीं बैठी, कोई धर्म नहीं बैठा, कोई मजहब नहीं बैठा। अभी आपने कह रहे खालिस्तान वक्फवादी है ना, तो ये जो ऐसे आंदोलन जब चढ़ते हैं बड़े बड़े, तो सरकारों की पॉलिसी होती है कि हमने बाकियों को दबा लिया, इसको कैसे दबाएं। उनको खदेड़ने के लिए उन्होंने हर तरह का अपना साजिश रची गई। लेकिन मैं देशवासियों, किसान, मजदूरों भाइयों को जो एक संयुक्त जिसकी अगुवाई पंजाब ने की थी आंदोलन की, आज भी कर रहा है, लेकिन अभी ये पंजाब का मुद्दा नहीं रहा, ये पूरे भारतवासियों का है और इसको एक संयुक्त किसान मोर्चा चला रहा है। तो जैसे जैसे सरकार ने साजिश रहे वैसे वैसे ये मजबूत होते गए। इनको मैं बधाई देना चाहता हूँ कि आपने जबर का मुकाबला सब्र से किया है और आपने बहुत एक डिसिप्लिन और एकता का सबूत दिया है। इसी तरह हम जंग जीतेंगे जरूर। ਸਰਕਾਰ ਕਿਤੇ ਨਾ ਕਿਤੇ ਅੰਡਰ ਐਸਟੀਮੇਟ ਕਰ ਗਈ ਕਿ ਜਿਵੇਂ ਬਾਕੀ ਸੰਘਰਸ਼ਾਂ ਨੂੰ ਦਬਾ ਲਿਆ ਗਿਆ, ਅੰਡਰ ਐਸਟੀਮੇਟ ਕਰਕੇ ਉਹਨਾਂ ਨੇ ਸੋਚਿਆ ਕਿ ਸ਼ਾਇਦ ਜਿਹੜੇ ਕਿਸਾਨ ਮਜ਼ਦੂਰ ਨੇ, ਅਨਪੜ੍ਹ ਲੋਕ ਨੇ, ਸ਼ਾਇਦ ਇਹ ਐਡਾ ਵੱਡਾ ਅੰਦੋਲਨ ਨਾ ਚਲਾ ਸਕਣ। ਪਰ ਸਰਕਾਰ ਦੀਆਂ ਜਿਹੜੀਆਂ ਸਾਜ਼ਿਸ਼ਾਂ ਸੀ, ਜਿਹੜੀ ਉਹਨਾਂ ਸੋਚ ਸੀ, ਉਹ ਸਾਰੀ ਦੀ ਸਾਰੀ ਧਰੀ ਧਰਾਈ ਰਹਿ ਗਈ ਹੈ। ਔਰ ਇਹ ਜਿਹੜਾ ਤੁਸੀਂ ਜਿਸ ਤਰੀਕੇ ਨਾਲ ਖੂਨਦਾਨ ਕੈਂਪ ਲਾਇਆ, ਇਹ ਕਿੰਨਾ ਲੰਬਾ ਅੱਗੇ ਵੀ ਚਲਾਓਗੇ ਇਹਨੂੰ? ਬਿਲਕੁਲ, ਜੋ ਅਸੀਂ ਸਾਡੀ ਸੰਸਥਾ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੋਸਾਇਟੀ ਜਿਹੜੀ ਮਨੁੱਖਤਾ ਨੂੰ ਸਮਰਪਿਤ ਹੈ। ਅਸੀਂ ਪੰਜਾਬ ਦੇ ਵਿੱਚ ਖੂਨਦਾਨ ਕੈਂਪ ਲਾਉਂਦੇ ਹਾਂ, ਲਾ ਕੇ ਲੋੜਵੰਦਾਂ ਨੂੰ ਖੂਨ ਫ੍ਰੀ ਵੰਡਦੇ ਹਾਂ। ਇਹ ਅਸੀਂ ਪਿਛਲੇ 15 ਸਾਲ ਤੋਂ ਸੇਵਾ ਨਿਭਾਉਂਦੇ ਹਾਂ। ਇਹਨਾਂ ਨਿਸ਼ਕਾਮ ਲੱਖਾਂ ਲੋਕਾਂ ਨੂੰ ਅਸੀਂ ਨਿਸ਼ਕਾਮ ਰੂਪ ਦੇ ਵਿੱਚ ਫ੍ਰੀ ਦੇ ਵਿੱਚ ਬਲੱਡ ਲੈ ਕੇ ਦਿੱਤਾ ਹੈ। ਅਤੇ ਔਰ ਸਰਕਾਰ ਨੇ ਇਹਨਾਂ ਸੇਵਾਵਾਂ ਲਈ ਮੈਨੂੰ ਜਥੇਬੰਦੀ ਨੂੰ ਸਾਡੀ 9 ਵਾਰ ਸਟੇਟ ਅਵਾਰਡ ਦਿੱਤਾ ਹੈ। ਔਰ ਜਿੱਥੇ ਵੀ ਮਨੁੱਖੀ ਹੱਕਾਂ ਦਾ ਘਾਣ ਹੁੰਦਾ, ਸ਼ੋਸ਼ਣ ਹੁੰਦਾ, ਧੱਕਾ ਹੁੰਦਾ, ਸਾਡੀ ਜਥੇਬੰਦੀ ਉਹਨਾਂ ਨੂੰ ਜਾ ਕੇ ਸਪੋਰਟ ਕਰਦੀ ਹੈ। ਪਿਛਲੇ 3 ਮਹੀਨੇ ਤੋਂ ਅਸੀਂ ਇਸ ਅੰਦੋਲਨ ਦੇ ਨਾਲ ਹਾਂ। ਅਸੀਂ ਦੇਖ ਰਹੇ ਹਾਂ ਕਿ ਸਰਕਾਰ ਤਾਨਾਸ਼ਾਹੀ ਰਵੱਈਏ ਅਪਣਾਇਆ ਹੋਇਆ ਔਰ ਟਸ ਤੋਂ ਮਸ ਨਹੀਂ ਹੋ ਰਹੀ, ਅਡਾਨੀ ਅੰਬਾਨੀ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਔਰ ਲੱਖਾਂ ਕਰੋੜਾਂ ਦਾ ਦਰਦ ਨਹੀਂ ਦੇਖ ਰਹੀ। ਸੋ ਹਰ ਤਰ੍ਹਾਂ ਦਾ ਐਜੀਟੇਸ਼ਨ ਇਹਨਾਂ ਨੇ ਕਰਕੇ ਦੇਖਿਆ। ਸੋ ਅਸੀਂ ਸਾਡੇ ਜਥੇਬੰਦੀ ਨੇ ਫੈਸਲਾ ਲਿਆ ਕਿ ਕਿਉਂ ਨਾ ਅਸੀਂ ਉੱਥੇ ਖੂਨਦਾਨ ਕੈਂਪ ਲਾ ਕੇ, ਜਿੱਥੇ ਅਸੀਂ ਕਿਰਤੀ ਕਿਸਾਨਾਂ ਅਤੇ ਸੁਸਾਇਟੀ ਦੇ ਨੌਜਵਾਨਾਂ ਦਾ ਖੂਨ ਲੈ ਕੇ ਲੋੜਵੰਦਾਂ ਦਾ ਭਲਾ ਕਰਾਂਗੇ, ਉੱਥੇ ਪ੍ਰਧਾਨ ਮੰਤਰੀ ਨੂੰ ਅਸੀਂ ਖੂਨ ਦੀ ਚਿੱਠੀਆਂ ਲਿਖ ਕੇ ਭੇਜਾਂਗੇ ਕਿ ਅਡਾਨੀ ਅੰਬਾਨੀ ਦੇਸ਼ ਨੂੰ ਪਹਿਲਾਂ ਲੁੱਟ ਕੇ ਖਾ ਚੁੱਕਾ, ਤੁਸੀਂ ਇਹਨਾਂ ਦੇ ਹਿੱਤਾਂ ਲਈ ਕੰਮ ਨਾ ਕਰੋ ਅਤੇ ਕਾਲੇ ਕਾਨੂੰਨ ਵਾਪਸ ਲਓ। ਅਸੀਂ ਤੁਹਾਨੂੰ ਜਗਾਉਣ ਲਈ, ਇੱਕ ਸ਼ਾਂਤੀ ਦਾ ਪੈਗਾਮ ਦੇਣ ਲਈ ਇਹ ਅਸੀਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਕਿ ਸਾਡੇ ਦੇਸ਼ ਵਾਸੀਆਂ ਕੋਲ ਹੁਣ ਕੇਵਲ ਖੂਨ ਬਚਿਆ। ਸਾਡਾ ਖੂਨ ਲੈ ਲਓ ਪਰ ਇਹ ਕਾਲੇ ਕਾਨੂੰਨ ਵਾਪਸ ਲੈ ਲਓ। ਇਸ ਕਰਕੇ ਅਸੀਂ ਖੂਨਦਾਨ ਕੈਂਪ ਦਾ ਅੱਜ ਇਹ ਸਾਡਾ 6ਵਾਂ ਦਿਨ ਹੈ। 5 ਅਸੀਂ ਖੂਨਦਾਨ ਕੈਂਪ ਲਗਾ ਕੇ ਹੁਣ ਤੱਕ ਖੂਨ ਦੀਆਂ ਚਿੱਠੀਆਂ 3 ਪ੍ਰਧਾਨ ਮੰਤਰੀ ਸਾਹਿਬ ਦੇ ਨਾਮ 'ਤੇ ਭੇਜ ਚੁੱਕੇ ਹਾਂ ਔਰ 2 ਰਾਸ਼ਟਰਪਤੀ ਦੇ ਨਾਮ 'ਤੇ। ਅੱਜ ਦੇ ਖੂਨ ਦੇ ਕੈਂਪ ਦੀ ਜਿਹੜੀ ਅਸੀਂ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਸਾਹਿਬ ਨੇ ਉਹਨਾਂ ਨੂੰ ਭੇਜ ਰਹੇ ਹਾਂ ਕਿ ਤੁਸੀਂ ਇਨਸਾਫ ਕਰੋ, ਤਾਂ ਕਿ ਸਰਕਾਰ ਨੂੰ ਤੁਸੀਂ ਕਹਿ ਕੇ ਕਾਲੇ ਕਾਨੂੰਨ ਵਾਪਸ ਲਓ। ਅਨਿਆਏ ਹੋ ਰਿਹਾ, ਧੱਕਾ ਹੋ ਰਿਹਾ, ਡਾਕਾ ਮਾਰਿਆ ਜਾ ਰਿਹਾ ਦੇਸ਼ ਵਾਸੀਆਂ ਦੇ ਹੱਕਾਂ ਦੇ ਉੱਤੇ। ਤੁਸੀਂ ਉਹਨਾਂ ਹੱਕਾਂ ਦਾ ਧਿਆਨ ਕਰਦੇ ਹੋਏ ਤੁਸੀਂ ਉੱਚ ਅਹੁਦੇ 'ਤੇ ਬੈਠੇ ਹੋ। ਇਹ ਕਿਸਾਨਾਂ ਮਜ਼ਦੂਰਾਂ ਨਾਲ ਦੇਸ਼ ਵਾਸੀਆਂ ਨਾਲ ਇਨਸਾਫ ਕਰੋ ਅਤੇ ਤਾਂ ਕਿ ਜਿਹੜਾ ਸਾਡਾ ਵਿਸ਼ਵਾਸ ਹੈ ਦੇਸ਼ ਵਾਸੀਆਂ ਉਹ ਸੁਪਰੀਮ ਕੋਰਟ ਦੇ ਵਿੱਚ ਬਣਿਆ ਰਹੇ। ਮਤਲਬ ਇੱਕ ਸਿੰਬਲ ਹੈਗਾ
ਕਿ ਇਸ ਦੇਸ਼ ਦੀ ਹਾਲਤ ਇਕਨੋਮਿਕ ਤੌਰ ਤੇ ਇੰਨੀ ਬੁਰੀ ਹੋ ਚੁੱਕੀ ਹੈ ਕਿ ਹੁਣ ਸਿਰਫ ਲੋਕਾਂ ਦੇ ਕੇਵਲ ਖੂਨ ਬਾਕੀ ਬਚਿਆ ਹੈ ਤੇ ਉਹ ਵੀ ਅਸੀਂ ਮਤਲਬ ਜਿਹੜਾ ਉਹਦੇ ਉਸੇ ਖੂਨ ਦੇ ਨਾਲ ਚਿੱਠੀਆਂ ਲਿਖ ਕੇ ਜਿਹੜੀਆਂ ਨੇ ਪ੍ਰਧਾਨ ਮੰਤਰੀ ਨੂੰ ਭੇਜ ਚੁੱਕੇ। ਹੁਣ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਜਿਹੜੀ ਹੈਗੀ ਉਹ ਚਿੱਠੀ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ। ਸੋ ਇੱਕ ਸਿੰਬਲ ਹੈਗਾ ਕਿ ਇਸ ਦੇਸ਼ ਦੀ ਜਿਹੜੀ ਨਿੱਘਰਦੀ ਹੋਈ ਅਰਥਵਿਵਸਥਾ ਨੂੰ ਹੋਰ ਥੱਲੇ ਜਾਣ ਦੇ ਵਾਸਤੇ ਮਜਬੂਰ ਨਾ ਕੀਤਾ जावे। हाँ जी मैम। देखो हमारे देश में सभी सूबे के किसान जहाँ बैठे हैं और सबसे बड़ी खुशी की बात है सारी स्टेशन में महिलाएं भी बढ़ चढ़ के अपना योगदान डालनी इस आंदोलन में किसान भाइयों के साथ खड़े हैं। मेरे साथ मेरी बहन झारखंड से जेबा खान जी हैं जो एक प्रोफेशन से टीचर हैं, प्रोफेसर हैं। तो मैं उनका यहाँ पे आने स्वागत भी करता हूँ खूनदान कैंप में और धन्यवाद भी करता हूँ और सलूट करता हूँ इनके जज्बे को जो इतनी दूर से पिछले 30 नवंबर से यहीं पर हैं, आंदोलन के साथ हैं और पूरा वो आंदोलन में अपना योगदान डाल रहे हैं। हाँ जी मैम, आपका स्वागत है। आप एक पढ़े लिखे हो, आप इन कानूनों को कैसे समझते हो? इतनी दूर से आप आए हो। आदाब, नमस्कार, सत श्री अकाल, सलाम। मैं जेबा खान झारखंड से आज 30 तारीख से यहाँ पर हूँ। और देखिए ये सरकार जो है लोकतंत्र की हत्यारी सरकार है। जब सुप्रीम कोर्ट ने बोल दिया कि प्रोटेस्ट करना नागरिकों का संवैधानिक अधिकार है तो सरकार क्यों इस तरह परेशान कर रही है किसानों को दिल्ली तक आने में। कल हमने देखा किस तरह से जो भी उत्तराखंड से किसान आ रहे थे उनको यूपी बॉर्डर पर रोका जा रहा है, गाजीपुर बॉर्डर पर नहीं आने दिया जा रहा है। तो कहीं ना कहीं ये लोकतंत्र की हत्या है। आज खुलेआम दिन दहाड़े लोकतंत्र का हरण हो रहा है। बहुत अफसोस की बात है जिस तरह चल रहा है। अब ऐसा लगता है कि लोकतंत्र देश में बचा ही नहीं कहीं। और ये जो किसानों की लड़ाई है ये पूरे सिर्फ किसानों की नहीं, देश के हर वर्ग की लड़ाई है। आज किसान शिकार हुए हैं, कल देश का आम नागरिक, मजदूर, जैसे हमें पता है मजदूर का भी जो अभी नया पहले का पुराने सारे कानूनों को निरस्त कर दिया गया है और नए कानून लाए गए हैं जिसमें कोई सामाजिक सुरक्षा नहीं प्रदान की गई है उन्हें और उनकी स्थिति जो है वो बंधुआ मजदूर के बराबर कर दी गई है। उसी तरह एक एक करके देश के हर वर्ग को शिकार बनाया जाएगा। और हम 6 सालों से देख ही रहे किस तरह डिमोनेटाइजेशन हो जाता है, एक एक कर सब नीतियां आए जा रही हैं। किस तरह लॉकडाउन होता है, लॉकडाउन के बाद जब पैसे सब पीएम केयर्स फंड में आ जाते हैं तो जनता से बोल दिया जाता है कि आप लोग आत्मनिर्भर हो जाइए। तो ये तो पहले ही बोलना था ना, आत्मनिर्भर हो जाइए, फिर जिसे जैसे मदद करना होता जनता का करता। हमने देखा लॉकडाउन में किस तरह प्रवासी मजदूर रोडों पर, सड़कों पर नंगे पैर भूखे प्यासे चले हैं, किस तरह लोग रेलवे ट्रैक पर मरे हैं। तो बहुत ही ये जो है सरकार है निष्ठुर है और इनके अंदर कोई संवेदना नहीं है जनता को लेकर। जनता की हालत दिन ब दिन खराब होती जा रही है। अगर अर्थशास्त्र की अर्थव्यवस्था की बात करें तो बहुत बुरे हालात से गुजर रही हैं। आपके इलाके में बिहार में अगर बात करूं, आपका जो पड़ोसी राज्य है वहां पर 2006 में ये कानून लागू था, तो वहां की कंडीशन कैसी है? बिहार की हालत तो बहुत ख़राब है क्योंकि 2006 से एपीएमसी एक्ट वहाँ से कानून जो है हट गया, मंदी व्यवस्था हट गई और यही कानून वहाँ पर है। और वहाँ के मजदूरों की स्थिति, भारत में सबसे ज़्यादा गरीब वहाँ के किसान हैं। वहाँ के किसानों की जो मासिक आय है वो 4 से 5 हज़ार रुपये के बराबर है और हमारे पंजाब हरियाणा के किसानों की जो मासिक आय है वो 15,000 रुपये है। तो मैं भारत सरकार से ये पूछना चाहती हूँ, क्या भारत सरकार पंजाब और हरियाणा के किसानों को भी बिहार के किसान के इतना गरीब बना देना चाहती हैं और देश के बाकी जगह के भी किसानों को बिहार के किसानों के बराबर गरीब बना देना चाहती हैं और उनके हकों को छीनकर अडानी और अंबानी को दे देना चाहती हैं? सरकार तो बोलती है कि ये जो नए कानून आए इससे किसानों की आय दुगनी हो जाएगी। देखिए सरकार तो जब सत्ता में आई थी तो उस टाइम बोल के आई थी कि 15 लाख रुपए हर भारतीयों के अकाउंट में आ जाएगा। आया क्या 15 लाख रुपया? इलेक्शन के बाद बोल दिया जाता है ये तो जुमला था चुनावी। ठीक है, बिहार में भी फिर बहुत सारे वादे किए जाते हैं, वो सब हुआ क्या? डिमोनेटाइजेशन होता है उस टाइम भी बोला जाता है हमें इतने दिन का भारत दे दीजिए, इतने दिन का समय दीजिए, उसके बाद देखिएगा कैसा भारत होगा। न कभी 90 दिनों का समय मांगा जाता है, सपनों का भारत मिलेगा। फिर आपको लॉकडाउन में 21 दिनों का समय मांगते हैं सिर्फ। तो आज तक जो भी समय मांगा गया है या पिछले जो भी वादे हुए हैं वो हुआ क्या? कुछ भी नहीं हुआ। आज तो पूरा देश साक्षात गवाह है
कि ना ही इन्हें गरीबों से प्यार है, ना ही मजदूरों से प्यार है, ना ही देश के आम जनता से प्यार है। सभी वर्ग का शोषण हो रहा है, सिर्फ पूंजीपतियों को छोड़कर, कुछ पूंजीपति मित्रों, उद्योगपतियों को छोड़कर बाकी देश के हर वर्ग का आज शोषण हो रहा है। आपने पूरा आंदोलन देखा है, इस आंदोलन की खूबसूरती को कैसे देखते हो? देखिए, यहाँ पर तो सबसे पहले जो खूबसूरती है वो यहाँ का भाईचारा है। कोई भेदभाव नहीं है, ऊंच नीच नहीं है। अच्छे पैसे वाले भी यहाँ पर झाड़ू लगा रहे हैं, जूठा उठा कर फेंक रहे हैं, और गरीब भी एक ही लाइन में सब बैठ के लंगर चख रहे हैं। सबसे बड़ी खूबसूरती है। और दूसरी सबसे ज़्यादा यहाँ पे संस्कार है। मैं तो भारतीय जनता पार्टी के लोगों से और सत्ता में बैठे लोगों से बोलूँगी, आप भी आइए यहाँ पर और आके ये आंदोलन में देखिए किस तरह संस्कार है, किस तरह एक दूसरे की फिक्र है, किस तरह सेवा भावना है। क्योंकि आज बहुत ज़रूरी है आप लोगों को सेवा भावना सीखना। हो सकता है आप यहाँ पर आकर, ऐसे तो आपके अंदर है नहीं सेवा भावना, है ना, सेवा भावना गरीबों की किस तरह की जाती है भावना है नहीं। यहाँ पर हो सकता है आकर आप कुछ सेवा भावना सीख ले, सेवा करने लगे, किस तरह होती है आपके अंदर भी ये जज्बा आ जाए। धन्यवाद बहुत बहुत। कुछ कहना चाहोगे जी अखीर ਦੇ ਵਿੱਚ? ਬਿਲਕੁਲ, ਮੈਂ ਇੱਥੇ ਆ ਕੇ ਬੜਾ ਨਜ਼ਾਰਾ ਲੈ ਰਿਹਾ ਜਿੱਥੇ ਅਸੀਂ ਇਸ ਅੰਦੋਲਨ ਦੇ ਸੰਘਰਸ਼ ਦੇ ਵਿੱਚ ਨਾਲ ਆ। ਉੱਥੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ। ਜਗਤ ਗੁਰੂ ਬਾਬੇ ਨਾਨਕ ਨੇ ਜੋ ਸਮੁੱਚੀ ਮਾਨਵਤਾ ਨੂੰ ਸੰਦੇਸ਼ ਦਿੱਤਾ ਸੀ, ਮਾਨਸ ਕੀ ਜਾਤ ਸਭ ਇੱਕ ਪਛਾਨਬੋ, ਨਾ ਕੋ ਬੈਰੀ ਨਹੀਂ ਕੋ ਬਗਾਨਾ, ਊਚ ਨੀਚ ਜਾਤ ਪਾਤ ਦਾ ਭੇਦਭਾਵ ਦਾ ਖਾਤਮਾ ਕੀਤਾ ਸੀ। ਉਹ ਨਜ਼ਾਰਾ ਤੁਹਾਨੂੰ ਸਿੰਘੂ ਬਾਰਡਰ ਦੇਖਣ ਨੂੰ ਮਿਲ ਰਿਹਾ ਹੈ ਦਿੱਲੀ ਦੇ। ਇੱਥੇ ਸਾਰੇ ਧਰਮਾਂ ਦੇ, ਮਜ਼ਹਬਾਂ ਦੇ, ਪੂਰੇ ਦੇਸ਼ ਦੇ ਲੋਕ ਨੇ ਇੱਥੇ। ਅੱਜ ਮੈਨੂੰ ਦੱਸੋ ਵੀ ਕਿਹੜਾ ਧਰਮ ਹੈ ਇੱਥੇ? ਕੇਵਲ ਇਨਸਾਨੀਅਤ ਹੈ। ਜਿੱਥੇ ਜਿਵੇਂ ਤੁਸੀਂ ਸਵਾਲ ਕੀਤਾ ਸੀ ਕਿ ਖਾਲਿਸਤਾਨੀ, ਹੁਣ ਤਾਂ ਮੇਰੀ ਭੈਣ ਜੇਬਾ ਖਾਨ ਵੀ ਖਾਲਿਸਤਾਨੀ ਹੈ ਜਿਹੜੀ ਆਪਣੇ ਹੱਕਾਂ ਲਈ ਇੱਥੇ ਆਈ ਹੈ। ਹੋਰ ਵੀ ਇੱਥੇ ਸਾਡੇ ਦੇਸ਼ ਵਾਸੀ ਆਏ ਨੇ, ਬਿਹਾਰ ਤੋਂ ਆਏ ਨੇ, ਰਾਜਸਥਾਨ ਤੋਂ ਆਏ ਨੇ, ਹਰਿਆਣਾ ਤੋਂ ਨੇ, ਤੇ ਇਹ ਸਾਰੇ ਖਾਲਿਸਤਾਨੀ ਨੇ। ਕਿਉਂਕਿ ਮੈਂ ਇਹ ਕਹਾਂਗਾ ਕਿ ਜਿਹੜੇ ਜਗਤ ਗੁਰੂ ਬਾਬੇ ਨਾਨਕ ਨੇ ਮਨੁੱਖਤਾ ਦੀ ਗੱਲ ਕੀਤੀ ਤੇ ਉਹਨਾਂ ਨੂੰ ਵੀ ਖਾਲਿਸਤਾਨੀ ਕਿਹਾਗਾ। ਬਾਬਰ ਨੇ, ਪੰਚਮ ਪਾਤਸ਼ਾਹ ਨੇ ਮਨੁੱਖਤਾ ਦੀ ਖਾਤਰ ਸ਼ਹਾਦਤ ਦਿੱਤੀ ਹੱਕਾਂ ਦੇ ਲਈ, ਉਹਨਾਂ ਨੂੰ ਵੀ ਖਾਲਿਸਤਾਨੀ ਕਹਿ ਕੇ ਸੂਲੀ ਚੜਾ ਦਿੱਤਾ ਗਿਆ, ਤੱਤੀ ਤਵੀ ਤੇ ਬਿਠਾਤਾ ਗਿਆ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਹਿੰਦੂ ਧਰਮ ਦੀ ਖਾਤਰ ਸ਼ਹਾਦਤ ਦਿੱਤੀ, ਜਿਹਦੀ ਦੁਨੀਆ ਤੇ ਪੂਰੇ ਸੰਸਾਰ ਤੇ ਵਿਸ਼ਵ ਤੇ ਕੋਈ ਐਸੀ ਇਤਿਹਾਸ ਮਿਸਾਲ ਨਹੀਂ ਮਿਲਦੀ, ਉਹਨਾਂ ਨੇ ਵੀ ਸ਼ਹਾਦਤ ਦਿੱਤੀ। ਉਹ ਵੀ ਖਾਲਿਸਤਾਨੀ ਸੀ। ਮੁਗਲਾਂ ਲਈ ਦਿੱਤੀ ਕਿਹਨਾਂ ਲਈ ਸੀ? ਹਿੰਦੂ ਧਰਮ ਦੀ ਖਾਤਰ, ਪਰ ਉਹ ਵੀ ਖਾਲਿਸਤਾਨੀ ਸੀ। ਸੋ ਉਸ ਤੋਂ ਬਾਅਦ ਸਾਹਿਬ ਸ੍ਰੀ ਦਸਮ ਪਾਤਸ਼ਾਹ ਨੇ ਇਸ ਦੇਸ਼ ਦੀ ਖਾਤਰ, ਇਸ ਨੂੰ ਬਚਾਉਣ ਦੀ ਖਾਤਰ ਸਰਬੰਸ ਵਾਰਤਾ, ਉਹ ਵੀ ਖਾਲਿਸਤਾਨੀ ਸੀ। ਜੋ ਆਪਣੇ ਹੱਕਾਂ ਦੀ ਗੱਲ ਕਰਦਾ ਹੈ, ਮਨੁੱਖਤਾ ਦੀ ਗੱਲ ਕਰਦਾ ਹੈ, ਉਹ ਖਾਲਿਸਤਾਨੀ। ਤੇ ਫਿਰ ਅਸੀਂ ਖਾਲਿਸਤਾਨੀ ਹੈਗੇ ਆ। ਅਸੀਂ ਭਾਰਤ ਵਾਸੀ ਹਾਂ। ਸਾਡੀ ਕੋਈ ਜਾਤ ਪਾਤ ਧਰਮ ਨਹੀਂ ਹੈ। ਸਾਡਾ ਧਰਮ ਕੇਵਲ ਇਨਸਾਨੀਅਤ ਹੈ ਤੇ ਅਸੀਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ। ਇਹੀ ਸਾਡੇ ਗੁਰੂ ਸਾਹਿਬ ਦਾ ਸੰਦੇਸ਼ ਸੀ, ਨਾ ਕੋ ਬੈਰੀ ਨਹੀਂ ਕੋ ਬਗਾਨਾ, ਜਿਹੜੀ ਸਾਨੂੰ ਜੰਗ ਦੇ ਮੈਦਾਨ ਤੋਂ ਉਦਾਹਰਨ ਮਿਲਦੀ ਭਾਈ ਘਨੱਈਆ ਜੀ ਦੇ ਰੂਪ ਦੇ ਵਿੱਚ। ਉਹ ਤੁਸੀਂ ਲੇਟੈਸਟ ਉਦਾਹਰਨ ਦੇਖ ਸਕਦੇ ਹੋ। ਉਹ ਸਾਰੀ ਦੁਨੀਆ ਨੇ ਵੇਖੀ ਹੈ, ਅਸੀਂ ਸਭ ਨੇ ਦੇਖੀ ਹੈ ਕਿ 26 ਨਵੰਬਰ ਨੂੰ ਜਿਹੜਾ ਕੇਸਰੀ ਝੰਡਾ ਨਿਸ਼ਾਨ ਸਾਹਿਬ ਦੇ ਝੰਡੇ ਹੇਠ ਖਾਲਸਾ ਮਾਰਚ ਜਦੋਂ ਦਿੱਲੀ ਨੂੰ ਘੇਰਨ ਲਈ ਦਿੱਲੀ ਵੱਲ ਨੂੰ ਕੂਚ ਕਰਦਾ, ਸ਼ੰਭੂ ਗੇਟ ਦੇ ਬੈਰੀਅਰ ਤੋੜਦਾ ਹੁੰਦਾ, ਹਰਿਆਣੇ ਨੂੰ ਐਂਟਰ ਕਰਦਾ, ਤੇ ਹੁਣ ਇਸ ਜ਼ਾਲਮ ਸਰਕਾਰ ਦੀ ਪੁਲਿਸ ਕਿਸ ਤਰ੍ਹਾਂ ਸਿੰਘ ਯੋਧੇ ਸੂਰਮਿਆਂ ਤੇ ਜ਼ਬਰ ਢਾਉਂਦੀ ਏ, ਪਾਣੀ ਦੀ ਵਿਛਾਣਾ ਕਰਨ ਦੀਆਂ ਤਾਰਾਂ, ਅਥਰੂ ਗੈਸ ਦੇ ਗੋਲੇ, ਰਬੜ ਦੀ ਗੋਲੀਆਂ ਮਾਰਦੀ ਹੈ। ਉਸ ਦੇ ਬਾਵਜੂਦ ਜਦੋਂ ਥੋੜਾ ਮਾਹੌਲ ਸ਼ਾਂਤ ਹੁੰਦਾ ਤੇ ਸਾਡੇ ਗੁਰੂ ਦੇ ਖਾਲਸੇ, ਗੁਰੂ ਸਾਹਿਬ ਦੇ ਸਿਧਾਂਤਾਂ ਦੇ ਪਹਿਰਾ ਦਿੰਦੇ ਹੋਏ ਭਾਈ ਘਨੱਈਆ ਜੀ ਜਿਹਦਾ ਰੋਲ ਨਿਭਾਇਆ, ਉਹਨਾਂ ਹੀ ਜ਼ਾਲਮ ਪੁਲਿਸ ਵਾਲਿਆਂ ਨੂੰ ਉਹਨਾਂ ਨੇ ਲੰਗਰ ਵੀ ਛਕਾਏ, ਉਹਨਾਂ ਨੇ ਪਾਣੀ ਵੀ ਛਕਾਇਆ, ਉਹਨਾਂ ਨੇ ਜਲ ਵੀ ਛਕਾਇਆ। ਸੋ ਇਹ ਦੇਸ਼ ਵਾਸੀਆਂ ਨੂੰ ਸਮਝਣ ਦੀ ਲੋੜ ਹੈ। ਪੂਰੇ ਜਿਸ ਤਰ੍ਹਾਂ ਤੁਸੀਂ ਆਪਣੇ ਮੁਲਕੀ ਹੱਕਾਂ ਲਈ ਜਾਗੇ ਹੋ, ਇਸ ਤਰ੍ਹਾਂ ਤੁਹਾਨੂੰ ਜਿਹੜੇ ਦੇਸ਼ ਨੂੰ ਵੰਡਣ ਵਾਲੇ ਲੋਕ ਨੇ, ਜਿਹੜੇ ਪੋਲੀਟੀਸ਼ੀਅਨ ਲੋਕ ਨੇ, ਇਹਨਾਂ ਤੋਂ ਤੁਹਾਨੂੰ ਸੁਚੇਤ ਹੋਣ ਦੀ ਲੋੜ ਹੈ। ਤੁਸੀਂ ਜਿਸ ਤਰ੍ਹਾਂ ਇੱਥੇ ਇੱਕ ਦਾ ਸਬੂਤ ਦਿਖਾਇਆ ਸਿੰਘੂ ਬਾਰਡਰ ਤੇ, ਤੁਸੀਂ ਸਾਰੇ ਇੱਕ ਦੂਸਰੇ ਦੀ ਸੇਵਾ ਕਰ ਰਹੇ ਹੋ, ਇੱਕ ਥਾਲੀ 'ਚ ਬੈਠ ਕੇ ਖਾ ਰਹੇ ਹੋ। ਇਸੇ ਤਰ੍ਹਾਂ ਹੀ ਤੁਸੀਂ ਇੱਕ ਭਾਈਚਾਰਕ ਸਾਂਝ ਬਣਾ ਕੇ ਰੱਖੋ ਤੇ ਇਹ ਦੇਸ਼ ਤੋਂ ਵੰਡਣ ਵਾਲਿਆਂ ਤੋਂ ਸੁਚੇਤ ਹੋਣ ਦੀ ਲੋੜ ਹੈ ਤੁਹਾਨੂੰ। हाँ, मैं ये बोल रही थी कि आज जो भी देश की हित की बात करता है, जनता की बात करता है, अन्याय के खिलाफ बात करता है, उसे खालिस्तानी
उसे पाकिस्तानी, उसे टुकड़े टुकड़े गैंग वाले, उसे एंटी नेशनल, उसे देशद्रोही, उसे देशगद्दार का तमगा दे दिया जाता है। तो आज सत्ता में बैठे हुए लोग सर्टिफिकेट रखे हुए हैं, उन्हें अधिकार किसने दिया है? वो होते कौन है दूसरे को ऐसे बोलने वाले? सबसे बड़े गद्दार और एंटी नेशनल तो वो हैं जो कुछ पूंजीपतियों के लिए और एक वर्ग के लिए काम कर रहे हैं, देश के हर जनता के लिए काम नहीं कर रहे हैं। देश की फिक्र नहीं है इन्हें, कुछ वर्ग की सिर्फ फिक्र है। तो असली एंटी नेशनल जो है ये सत्ता में बैठे हुए लोग हैं, मैं तो ये बोलना चाहती हूँ। ਬਹੁਤ ਬਹੁਤ ਧੰਨਵਾਦ। ਸੱਭੇ ਸਾਂਝੀ ਵਾਲ ਸਦੈਣ ਤੂੰ ਕਿਸੇ ਨਾ ਦਿਸੈ ਵਾਹਰਾ ਜੀਓ ਦਾ ਸੰਦੇਸ਼ ਦਿੰਦਾ ਹੋਇਆ ਇਹ ਮੋਰਚਾ। ਇਹਦੀ ਹੋਰ ਅਪਡੇਟਸ ਦਿੰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਨਜ਼ਾਰਾ ਦੇਖਿਆ ਖੂਨਦਾਨ ਕੈਂਪ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।